हाय एवरीवन, मेरा नाम काव्य है ਤੇ मैं गवर्नमेंट सीनियर सैकेंडरी स्कूल बॉयज़ नालागढ़ पढ़दा। मैं 11वीं क्लास च है ते मैं पलासी कलां पिंड दा रहने वाला है जो कि डिस्ट्रिक्ट सोलन हिमाचल प्रदेश च है। ते मैं बड़ा होके एक रैपर बनना चाਹੁੰਦਾ ਤੇ ਮੈਨੂੰ ਬਚਪਨ ਤੋਂ ਹੀ ਸਿੰਗਿੰਗ ਦਾ ਸ਼ੌਂਕ ਸੀ ਤੇ ਮੈਂ ਬਹੁਤ ਗਾਣੇ ਗੁਣੇ ਗਾਉਂਦਾ ਰਹਿੰਦਾ ਸੀ ਤੇ ਕਦੇ ਸ਼ੌਂਕ ਜੋ ਹੈ ਸਿੰਗਿੰਗ ਤੋਂ ਰੈਪਿੰਗ ਚ ਬਦਲ ਗਿਆ। ਜਿੱਦਾਂ ਜਿੱਦਾਂ ਮੈਂ ਰੈਪ ਡਿਸਕਵਰ ਕਰਿਆ, ਹਿਪ ਹੌਪ ਬਾਰੇ ਜਾਣਿਆ ਤਾਂ ਮੈਨੂੰ ਸਿੰਗਿੰਗ ਤੋਂ ਜ਼ਿਆਦਾ ਹੁਣ ਰੈਪਿੰਗ ਦਾ ਸ਼ੌਂਕ ਹੈ। ਹੁਣ ਮੈਂ ਰੈਪਿੰਗ ਕਰਦਾ, ਮੈਂ ਲਿਖਦਾ ਵੀ ਖੁਦ ਹੈ ਤੇ ਆਪਣੀ ਬੀਟ ਵੀ ਖੁਦ ਬਣਾਉਂਦਾ ਹੈ। ਮੈਨੂੰ 3 ਸਾਲ ਹੋ ਗਏ ਆ ਰੈਪ ਕਰਦੇ ਨੂੰ। 3 ਸਾਲ ਤੋਂ ਲਗਾਤਾਰ ਡੇਲੀ ਕੋਸ਼ਿਸ਼ ਕਰਦਾ ਕਿ ਮੈਂ ਖੁਦ ਨੂੰ ਬਦਲਾਂ, ਆਪਣੇ ਅੰਦਰ ਹੋਰ ਸੁਧਾਰ ਲਿਆਵਾਂ। ਯਾਰੀ ਵਿੱਚ ਕਈ ਮੈਨੂੰ ਟੱਕਰੇ ਨੇ ਸਾਫਤਾਈਓ ਫਿੰਗਰਾਂ ਨੇ ਆਪ ਮਿਡ ਫਿੰਗਰਾਂ ਨੇ ਆਪ ਯਾਰੀ ਵਿੱਚ ਕਈ ਮੈਨੂੰ ਟੱਕਰੇ ਨੇ ਸਾਫਤਾਈਓ ਫਿੰਗਰਾਂ ਨੇ ਆਪ ਮਿਡ ਫਿੰਗਰਾਂ ਨੇ ਆਪ ਯਾਰੀ ਦੇ ਅਸੂਲ 3-4 ਰੱਖੇ ਨੇ। ਪਹਿਲਾ ਲਾਇਲ ਹੀ ਰਹਿਣ ਦੇ ਵਿਚਾਰ ਰੱਖੇ ਨੇ, ਦੂਜਾ ਨਾਰਾ ਦੀਆਂ ਪਹੁੰਚਾਂ ਵਿੱਚੋਂ ਬਾਹਰ ਰੱਖੇ ਨੇ, ਤੀਜਾ ਜਾਣ ਦੇਣ ਲਈ ਵੀ ਤਿਆਰ ਰੱਖੇ ਨੇ, ਚੌਥਾ ਹੈ ਅਸੂਲ ਨਹੀਂ ਕਰਨੀ ਗੱਦਾਰੀ ਤੇ ਯਾਰੀ ਉੱਤੇ ਯਾਰਤੀ ਨਾ ਕਰਨਾ ਏ ਸ਼ੱਕ। ਯਾਰੀ ਵਿੱਚ ਕਈ ਮੈਨੂੰ ਟੱਕਰੇ ਨੇ ਸਾਫਤਾਈਓ ਫਿੰਗਰਾਂ ਨੇ ਆਪ ਮਿਡ ਫਿੰਗਰਾਂ ਨੇ ਆਪ ਯਾਰੀ ਵਿੱਚ ਕਈ ਮੈਨੂੰ ਟੱਕਰੇ ਸਾਫਨੇ ਤਾਈਓ ਫਿੰਗਰਾਂ ਆਪਨੇ ਮਿਡ ਫਿੰਗਰਾਂ ਆਪਨੇ ਯਾਰੀ ਵਿੱਚ ਕਈ ਮੈਨੂੰ ਰੈਪਿੰਗ ਦੇ ਨਾਲ ਨਾਲ ਮੈਂ ਪੜ੍ਹਾਈ ਲਿਖਾਈ 'ਚ ਵੀ ਵਧੀਆ ਹੀ ਕਰ ਰਿਹਾ ਹਾਂ। ਜਿੱਦਾਂ ਕਿ ਮਤਲਬ ਮੇਰੇ ਮਾਰਕਸ ਵੀ ਠੀਕ ਆਉਂਦੇ ਨੇ। 10th ਹੋਣੀ ਮੈਂ ਲੇਟੈਸਟ 10th ਕੀਤੀ, 10th 'ਚ ਮੇਰੇ 92% ਮਾਰਕਸ ਸੀ। ਘਰ 'ਤੇ ਵੀ ਸੈਟਿਸਫਾਈ ਹੈ ਇਸ ਤੋਂ। नमस्कार, मैं बीएम श्री गवर्नमेंट मॉडल सीनियर सेकेंडरी स्कूल बॉयज नालागढ़ की वाइस प्रिंसिपल अंजना धीमान यहाँ पर एज अ लेक्चरर ज्योग्राफी काम करती हूँ, पढ़ाती हूँ। आज हमें पता लगा कि हमारे स्कूल से काव्य शर्मा किसमें कितना है दम में सिलेक्ट हुए हैं रैपिंग में। इन्होंने 4 राउंड जो है वो कंप्लीट कर ये फाइनल में पहुंचे हैं, तो हमें बहुत खुशी है। ये हमारे स्कूल में +1 में क्लास में आए थे, बट फ्रैंकली कहा जाए तो हमें इनके इस टैलेंट के बारे में बिल्कुल नहीं पता था। अभी कुछ दिन पहले हमें पता लगा है कि ये इतने टैलेंटेड हैं और हमें बहुत खुशी है कि हमारे स्कूल का कोई बच्चा इस तरह के कंपटीशन में बाहर गया और वो सिलेक्ट हुआ है। तो हमारी दुआ है कि ये किसमें कितना है दम के ग्रैंड फिनाले में भी टॉप पर रहे। मेरी दिली प्रार्थना है भगवान से कि ये हमारे स्कूल, हमारे अपने माँ बाप, अपनी सिटी और अपने समाज में बहुत ऊंचा नाम कमाए। थैंक यू। नमस्कार जी, मैं वंदना अवस्थी गवर्नमेंट बॉयज़ सीनियर सेकेंडरी स्कूल नालागढ़ से मैं इंग्लिश की लेक्चरर हूँ। और हमारे स्कूल का एक बच्चा किसमें कितना है दम के में रैपिंग राउंड में बच्चा हमारा जो है 4 राउंड जीत कर आगे आया है। बहुत ही अच्छा ब्रिलियंट बच्चा है और टीचर्स का आदर भी करता है और सभी चीज़ों में पार्टिसिपेट भी करता है। काव्य शर्मा इंग्लिश में बहुत अच्छा है पढ़ने में और सभी अध्यापकों का सम्मान भी करता है। बहुत ही प्यारा बच्चा है, तो मैं उसके लिए दुआ करूंगी कि वो इस राउंड को इस कंपटीशन में विनर बने। हम सब की दिली ख्वाहिश है कि काव्य शर्मा जो है इसमें विनर बने। थैंक यू, ऑल द बेस्ट, थैंक यू सो मच। ਮੈਨੂੰ ਕ੍ਰਿਕਟ ਖੇਲਣ ਦਾ ਬਹੁਤ ਸ਼ੌਂਕ ਹੈ। ਮੈਂ ਬੋਲਿੰਗ ਕਰਦਾ ਤੇ ਮੈਂ ਉਸ ਦੀ ਵੀ ਡੇਲੀ ਪ੍ਰੈਕਟਿਸ ਕਰਦਾ। ਮੇਰੇ ਜਿੱਦਾਂ ਸਾਡਾ ਹੁਣ ਸੰਡੇ ਸਾਡੇ ਡੇਲੀ ਮੈਚ ਵੀ ਹੁੰਦੇ ਆ। ਹਰ ਵੀਕ ਅਸੀਂ ਬਾਹਰ ਜਾ ਕੇ ਵੀ ਖੇਲਦੇ ਆ ਹੋਰ ਟੀਮਾਂ ਦੇ ਨਾਲ। ਉੱਥੇ ਵੀ ਸਾਡੇ ਕਾਫੀ ਮਨੋਰੰਜਨ ਹੁੰਦਾ ਤੇ ਮਤਲਬ ਮਾਈਂਡ ਫਰੈਸ਼ ਹੋ ਜਾਂਦਾ ਇੱਕਦਮ ਕ੍ਰਿਕਟ ਖੇਲ ਕੇ। ਜਦ ਮੈਂ ਬੋਲਿੰਗ ਕਰਦਾ ਤਾਂ ਮੈਨੂੰ ਮਤਲਬ ਅੰਦਰ ਤੇ ਖੁਸ਼ੀ ਮਿਲਦੀ ਹੈ
ਤੇ ਬੋਲਿੰਗ ਕਰਦੇ ਕਰਦੇ ਵਿੱਚ ਮੈਂ ਆਪਣੇ ਜੋ ਲਿਖੇ ਹੋਏ ਰੈਪ ਹੈ ਉਹ ਵੀ ਬੋਲਣ ਲੱਗ ਜਾਂਦਾ। ਮਤਲਬ ਮਜ਼ਾ ਆਉਂਦਾ ਹੈ ਕਿਉਂਕਿ ਉਸ ਟਾਈਮ ਮੈਨੂੰ ਮੈਂ ਦਿਲ ਤੇ ਖੁਸ਼ ਹੁੰਦਾ ਤੇ ਜੋ ਵੀ ਚੀਜ਼ ਕਰਕੇ ਖੁਸ਼ੀ ਮਿਲਦੀ ਹੈ ਉਸ ਟਾਈਮ ਮੈਂ ਮਤਲਬ ਆਪਣੇ ਆਪ ਹੀ ਅੰਦਰ ਤੋਂ ਰੈਪ ਨਿਕਲ ਆਉਂਦਾ ਹੈ। ਮੇਰੇ ਨਾਲ ਤੇ ਹੋਰ ਵੀ ਕਈ ਮੁੰਡੇ ਆ ਜੋ ਕਿ ਮਤਲਬ ਰੈਪਿੰਗ 'ਚ ਉਹਨਾਂ ਨੂੰ ਵੀ ਇੰਟਰਸਟ ਹੈਗਾ ਹੈ ਤੇ ਅਸੀਂ ਸਾਰੇ ਮਿਲ ਕੇ ਇਕੱਠੇ ਕਦੀ ਬੀਟ ਬਣਾਉਂਦੇ ਆ, ਕਦੀ ਰੈਪ ਕਰਦੇ ਆ, ਕਦੀ ਖੁਦ ਲਿਖਦੇ ਆ, ਕਦੀ ਮਤਲਬ ਹਾਫ ਵਰਡਸ ਲਿਖ ਕੇ ਉਹਦੀ ਪ੍ਰੈਕਟਿਸ ਕਰਦੇ ਆ। ਆਸੇ-ਪਾਸੇ ਜਦ ਵੀ ਕਿਤੇ ਵੀ ਇਕੱਠੇ ਹੁੰਦੇ ਤਾਂ ਅਸੀਂ ਮਤਲਬ ਇੱਕ ਦੂਸਰੇ ਦੇ ਜੋ ਉਹਨੇ ਲਿਖਿਆ ਹੈ ਉਹ ਮੈਨੂੰ ਸੁਣਾਉਂਦਾ ਹੈ, ਜੋ ਮੈਂ ਲਿਖਿਆ ਹੈ ਉਹ ਮੈਂ ਉਹਨੂੰ ਸੁਣਾਉਂਦਾ ਹੈ। ਐਦਾਂ ਕਰਕੇ ਵੀ ਅਸੀਂ ਮਤਲਬ ਕਾਫੀ ਇੰਪਰੂਵਮੈਂਟ ਕਰਦੇ ਆ ਆਪਣੇ ਅੰਦਰ। ਤੈਨੂੰ ਕਰਾਂ ਨਾ ਕੰਪੇਅਰ ਹੁਣ ਚੰਨ ਨਾਲ ਨਹੀਂ ਕਿਉਂਕਿ ਕੱਢਦੀ ਤੂੰ ਜਾਨ ਮੇਰੀ ਗਨ ਵਾਂਗ ਨਹੀਂ। ਤੈਨੂੰ ਕਰਾਂ ਨਾ ਕੰਪੇਅਰ ਹੁਣ ਚੰਨ ਨਾਲ ਨਹੀਂ ਕਿਉਂਕਿ ਕੱਢਦੀ ਤੂੰ ਜਾਨ ਮੇਰੀ ਗਨ ਵਾਂਗ ਨਹੀਂ। ਤੇਰੇ ਪਿੱਛੇ ਆਇਆ ਮੁੰਡਾ ਘਰ ਬਾਰ ਛੱਡ ਕੇ, ਤੇਰੇ ਪਿੱਛੇ ਵਾਰੀ ਛੱਡੇ ਕੁਝ ਯਾਰ ਛੱਡ ਤੇ ਨੀ। ਮੈਂ ਬਾਹਲਿਆ ਨਾ ਕਰਨੇ ਵਪਾਰ ਛੱਡ ਤੇ ਮੈਂ ਬੰਦ ਕਰੇ ਮਾੜੀ ਕਾਰੋਬਾਰ ਛੱਡ ਤੇ। ਮੈਨੂੰ ਚਾਹੀਦਾ ਪਿਆਰ ਤੇ ਤੂੰ ਫਨ ਭਾਲਦੀ, ਮੈਨੂੰ ਚਾਹੀਦਾ ਪਿਆਰ ਤੇ ਤੂੰ। ਤੈਨੂੰ ਕਰਾਂ ਨਾ ਕੰਪੇਅਰ ਹੁਣ ਚੰਨ ਨਾਲ ਨਹੀਂ ਕਿਉਂਕਿ ਕੱਢਦੀ ਤੂੰ ਜਾਨ ਮੇਰੀ ਗਨ। मुझे छोड़ के ना जाना तू, तेरे पीछे छोड़ बैठा दुनिया सारी, ये दिल तोड़ के ना जाना तू। ਉਹ ਕਿਆ ਤੂੰ ਸੁੱਖਾ ਸੁੱਖਾ ਗਾਈ ਜਾਣਾ? ਆ ਲੈ ਬੀਟ। मुझे छोड़ के ना जाना तू, तेरे पीछे छोड़ बैठा दुनिया सारी, ये दिल तोड़ के ना जाना तू। भीख मांगो तुझसे मान ले भिखारी, कि मुझे छोड़ के ना जाना तू। तेरे पीछे छोड़ बैठा दुनिया सारी, ये दिल तोड़ के ना जाना तू। भीख मांगो तुझसे मान ली भिखारी, दुनिया से मुंह को मोड़ा, इस जग से नाता तोड़ा, फिर भी डरता हूँ मैं दिल के टूटने से। थोड़ा 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 तेरे प्यार में हूँ पागल। मैं ਧੰਨਵਾਦ ਕਰਦਾ ਆਪਣੇ ਮੰਮੀ ਪਾਪਾ ਤੇ ਪੂਰੀ ਫੈਮਿਲੀ ਦਾ ਜੋ ਮੇਰੀ ਹਰ ਵਿਸ਼ ਪੂਰੀ ਕਰਦੇ ਨੇ ਤੇ ਮੈਨੂੰ ਫੁੱਲ ਸਪੋਰਟ ਕਰਦੇ ਨੇ। नमस्कार जी, राम राम जी। ਤੇ ਮੈਂ ਵਿਰੇਂਦਰ ਕੁਮਾਰ ਸੀ ਕਲਾ ਗਾਉਂ ਦਾ ਰਹਿਣੇ ਵਾਲਾ ਹੈ। ਮੇਰੀ ਪ੍ਰਿੰਟ ਸ਼ਾਪ ਨਾਲਾਗੜ੍ਹ ਦੇ ਵਿੱਚ ਹੈ ਤੇ ਕਾਬਿਆ ਮੇਰਾ ਬੇਟਾ ਹੈ। ਇਹਨੂੰ ਸ਼ੁਰੂ ਤੋਂ ਹੀ ਆਪਣੇ ਬਾਬਾ ਜੀ ਦੇ ਨਾਲ ਲੱਗਿਆ ਰਹਿੰਦਾ ਸੀ, ਕਦੀ ਕੁਛ ਕਦੇ ਕੁਛ ਕਦੇ ਕੁਛ। ਤੇ ਇਹਦੇ ਬਾਬਾ ਜੀ ਵੀ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ। ਤੇ ਹੁਣ ਮੈਨੂੰ ਇਹਨੇ ਦੱਸਿਆ, ਪਹਿਲੇ ਤਾਂ ਮੇਰੇ ਤੇ ਇਹ ਚੋਰੀ ਲੱਗਿਆ ਰਹਿੰਦਾ ਸੀ ਤੇ ਹੁਣ ਇਹਨੇ ਮੈਨੂੰ ਦੱਸਿਆ ਕਿ ਮੈਂ ਪਾਪਾ AKHD ਦੇ ਵਿੱਚ ਫਾਰਮ ਫਿਲ ਕੀਤਾ। ਤੇ ਕਾਬਿਆ ਬਚਪਨ ਤੇ ਹੀ ਸ਼ਰਾਰਤੀ ਸੀਗਾ ਤੇ ਇਹਨੂੰ ਸਾਹ ਚੜਾਉਣ ਦੀ ਆਦਤ ਸੀ। ਜਦ ਵੀ ਇਹਨੂੰ ਕੋਈ ਇਹ ਐਸੀ ਦਿੱਕਤ ਹੁੰਦੀ ਸੀ ਤਾਂ ਇਹਨੂੰ ਚੱਕਣਾ ਪੈਂਦਾ ਸੀ ਤੇ ਝੂਲੇ ਦੇ ਵਿੱਚ ਹੀ ਹਿਲਾ ਕੇ ਇਹਨੂੰ ਸਲਾਣਾ ਪੈਂਦਾ ਸੀ, ਤਦੇ ਜਾ ਕੇ ਇਹਦਾ ਸਾਹ ਨੋਰਮਲ ਹੁੰਦਾ ਸੀ। ਛੋਟੇ ਹੁੰਦਾ ਹੀ ਸਾਹ ਚੜਾ ਲੈਂਦਾ ਸੀ ਤੇ ਸਾਡੇ ਪਰਿਵਾਰ ਨੂੰ ਬੜੀ ਭਾਰੀ ਇਸ ਚੀਜ਼ ਦੀ ਪ੍ਰੋਬਲਮ ਸੀਗੀ। ਤੋਂ ਸਾਡੇ ਮਾਤਾ ਜੀ ਨੇ 2-4 ਜਗ੍ਹਾ ਦਿਖਾਇਆ ਵੀ ਤੇ ਉਸ ਤੋਂ ਬਾਅਦ ਹੌਲੀ ਜਿੱਦਾਂ ਇਹ ਵੱਡਾ ਹੋਇਆ ਤਾਂ ਇਹ ਦਿੱਕਤ दूर हो गई। ਤੇ ਕਾਬਿਆ रैपिंग परफॉर्मेंस में भी ज़बरदस्त है ते स्कूलिंग परफॉर्मेंस में भी ज़बरदस्त है। स्कूल में जब भी मैं इसके टीचर से बात करता हूँ तो इसके टीचर सभी इसको वाह ही देते हैं। सभी कहते हैं कि पढ़ने में अच्छा है। Meanwhile, the racing mind of Professor Gitonde had arrived at a plan of action in Bombay. Indeed, as a historian, he felt he should have thought of it sooner. He would go to a big library and browse those history books. That was the surest way of finding out how the present state of affairs was reached. He also planned eventually to return to Pune and have लेकिन बोलने में थोड़ा सुस्त है। अब हम भगवान से प्रार्थना करते हैं कि इसका शौक पूरा हो और ये तरक्की करे। हम और हमारा परिवार सभी इसके साथ हैं। ਹੁਣ ਮੇਰੇ ਬੇਟੇ ਕਾਬਿਆ ਨੇ KKHD में ਪਾਰਟਿਸਿਪੇਟ ਕੀਤਾ ਸੀ, ਜਿਹਦੇ 2 ਰਾਉਂਡ ਨਾਲਾਗੜ੍ਹ ਦੇ ਵਿੱਚ ਹੋਏ ਤੇ 2 ਰਾਉਂਡ ਜੀਰਕਪੁਰ ਦੇ ਵਿੱਚ ਹੋਏ। ਚਾਰੋਂ ਰਾਉਂਡ ਕਲੀਅਰ ਕਰਕੇ ਉਹ ਫਾਈਨਲ 'ਚ ਪ੍ਰਵੇਸ਼ ਕਰ ਚੁੱਕਿਆ ਹੈ ਤੇ ਹੁਣ ਫਾਈਨਲ ਰਾਉਂਡ ਜਿਸ ਤਰ੍ਹਾਂ ਹੋਏਗਾ ਅਸੀਂ ਭਗਵਾਨ ਤੇ ਪ੍ਰਾਰਥਨਾ ਕਰਦੇ ਹਾਂ ਫਾਈਨਲ ਰਾਉਂਡ ਜਿੱਤ ਕੇ ਆਵੇ, ਸਾਡੇ ਪਰਿਵਾਰ ਦਾ ਔਰ ਸਾਡੇ گاؤں ਦਾ और अपने स्कूल का नाम रोशन कर सके। राम राम जी,
मेरा नाम अंजना है, लेकिन शादी के बाद मेरा नाम पायल हो गया है। अब यहाँ पे मेरे ससुराल में सभी मुझे पायल ही बुलाते हैं। मैं काव्य की मदर हूँ। काव्य मेरा बहुत ही प्यारा बेटा है। मेरा छोटा बेटा है, सबसे बहुत प्यार करता है और पढ़ने में भी बहुत इंटेलिजेंट है। शुरू से ये लगभग फर्स्ट ही आया है हर क्लास में, और इसके पापा हमेशा बोलते रहते थे कि तू ऐसे बोलती रहती है, इतना नहीं है इंटेलिजेंट पढ़ने में, लेकिन हमेशा इसने करके दिखाया है और हमेशा फर्स्ट आया है। ये शुरू में धीरे धीरे गाने गाता रहता था, इधर उधर घूमता रहता था, खूब मस्ती करता था। तो फिर हमने इसको बोला कि बेटा तू अपनी अब बड़ा हो गया है, थोड़ा अपने आप को चेंज कर, लेकिन फिर भी इसने ऐसा नहीं किया। धीरे धीरे करता रहा और इसका अपने बाबा जी के साथ बहुत ज़्यादा प्यार था। उनको ये कभी गाने सुनाता था, कभी कुछ करता था। लेकिन जैसे ही 9th 10th में आया, 8th 9th में आया, तो इसका शौक एकदम चेंज हो गया। इसने अपने जो सिंगिंग थी, इसने अपनी सिंगिंग को एकदम रैपिंग में ही चेंज कर लिया। तो इसने मुझे बोला मम्मा मैंने रैप लिखी हुई है, मैं आपको सुनाऊँ। मैंने इसको बोलना कि नहीं बेटा रहने दे, मेरे को नहीं ये समझ में आती। तो उसने बोला नहीं मम्मा एक बार सुनो तो सही। तो फिर मैंने सुनना, मुझे थोड़ा ठीक लगना, मैंने को फिर भी बोलना कि नहीं बेटा मेरे को इतनी पसंद आ रही। लेकिन धीरे धीरे इसने बोला कि मम्मा मैं रैप के साथ ना अब मैं बीट भी अपनी खुद ही बनाने लग गया हूँ, आप एक बार सुनो तो सही। फिर इसकी सिस्टर है, बड़ी सिस्टर है, उसके साथ पढ़ते भी खूब है, लड़ते भी खूब हैं दोनों। तो इसने उसके साथ मिलके मम्मा सुनो बहुत अच्छी रैप लिखी है, इसने बहुत अच्छी रैप लिखी है। फिर इसने हमें रैप सुनानी, हमें बहुत पसंद आनी इसकी रैप। हमने कभी है तो तेरी रैप बढ़िया है, चल देख ले। फिर इसने एक बार इंस्टाग्राम पे कोई देखी रील, उसके बाद इसने किसी शो में पार्टिसिपेट कर लिया। मैंने इसको बोला कि तुमने पापा को बताया नहीं और ऐसे कैसे पार्टिसिपेट कर लिया। तो कहता मम्मा आप बात कर लो। तो मैंने इसके पापा के साथ बात की, उन्होंने बोला कोई बात नहीं, अगर इसने कर ली है तो करने दे। फिर ये 3-4 बार चंडीगढ़ जाके आया और उसके भी फाइनल में पहुंच गया था, लेकिन उनका फाइनल जो है वो जयपुर में होना था। तो फिर हमने बोला कि इतनी दूर हम नहीं भेज सकते, हमने आज तक इसे कभी अपने से अलग भेजा ही नहीं। एक बार बस अपने फ्रेंड्स के साथ गया था, ये कहाँ गया था, अमृतसर गया था अपने फ्रेंड्स के साथ। वहाँ भी हमने इसलिए भेज दिया, एक इसकी मैम भी साथ में थे, तो हमें वो मैम के साथ काफ़ी मेरी थी, उनके साथ पढ़ती थी। तो उसने बोला मैम प्लीज़ आप भेज दो, तब मैंने भेजा, अदरवाइज़ हमने कभी भेजा नहीं इसको अकेले। तो फिर इसलिए मैंने बोला बेटा मैं जयपुर तो नहीं तुझे भेज सकती। तो चलो इसका मन काफ़ी उदास हो गया उस चीज़ को लेकर कि मुझे भेज नहीं रहे। उसके बाद इसको यहाँ पे ये बॉयज़ स्कूल में आया, +1 इसको हमने यहाँ गवर्नमेंट स्कूल में लगा दिया। पहले ये प्राइवेट स्कूल में था, उसके बाद हमने गवर्नमेंट स्कूल में लगाया। तो वहाँ पे आके इसने बोला मम्मा यहाँ पर KKHD वाली टीम वाले आए हैं, वो बहुत अच्छा शो है। मैंने कहा हाँ उसके बारे में तो मैंने भी सुना है। तो फिर इसने बोला कि मम्मा मैं उसमें पार्टिसिपेट कर लूँ रैप में। मैंने कहा बेटा तेरी इतनी अच्छी तो रैप है नहीं। मम्मा मैंने तो बहुत सारे लिख रखे हैं। फिर इसने मुझे सुनाई, तो मैंने कहा है तो बहुत अच्छी है, चल तू देख ले। फिर करते करते ये एक राउंड जीता इसने, दूसरा जीता, तीसरा जीता, अब ये फाइनल, चौथा जीता, अब फाइनल में पहुंच गया है। अब मुझे है कि चलो फाइनल जीत जाए तो बहुत अच्छा है। पर ये है कि पढ़ने में पढ़ाई लिखाई इसकी बहुत बढ़िया रही। 10th में इसने 92% मार्क्स लिए, और मुझे जब भी पढ़ता था पेपर आएंगे तो पेपरों के बस 2-3 दिन पहले ही पढ़ेगा, अदरवाइज बुक्स उठाता भी नहीं। मैं इसको बोलती रहती काव्य पढ़ ले बेटा, कब पढ़ ले बेटा, बस कोई बात नहीं मम्मा मैं कर लूँगा, आपको मार्क्स चाहिए ना, मार्क्स में लेके आऊँगा, आपको कोई टेंशन लेने की ज़रूरत नहीं, मैं मार्क्स लेके आऊँगा। और इसने हमेशा करके दिखाया है। और गेम्स वगैरह में भी बहुत अच्छा है। गेम में क्रिकेट में इसकी बॉलिंग में बहुत ज़्यादा है। मम्मा मैंने बॉलिंग का ऑडिशन देने जाना है। मैंने कहा तुझे पता है तेरे पापा तुझे अकेले कहीं भेजेंगे नहीं। मम्मा मैं बड़ा हो गया हूँ। मैं कहा 18 से पहले नहीं, तेरे को पता है ना। तो फिर चलो ये मन मार के फिर बैठा रहता है। यहाँ पे अपने फ्रेंड्स के साथ जाता है प्लासी में। यहाँ स्कूल में बहुत बड़ा ग्राउंड है, वहाँ बच्चों के साथ खेलता है, खूब मस्ती करता है। शाम टाइम स्कूल से आता है, खाना वगैरह खा के फिर खेलने जाता है अपने फ्रेंड्स के साथ, और खूब बॉलिंग की प्रैक्टिस करता है। सुबह भी जैसे जाएगा ये मॉर्निंग वॉक पे, तो वहाँ पर भी ये करता रहता है अपनी, मम्मा मैं कानों में लगा लेता हूँ और अपनी रैप की खूब तैयारी करता हूँ। मैंने कहा चल करता रहे, देखना मम्मा आपको एक दिन मैं ज़रूर जीत के दिखाऊंगा, आगे बढ़ूंगा, देखना एक दिन आपका नाम ये करूँगा, फिर आप मेरे साथ फ़ोटो खिंचवाने को भी तरसोगे। अभी देख लो जो सेल्फी लेनी है तो ले लो, वरना बाद में तो आप तरसोगे। मैंने कहा कोई बात नहीं, तो मेरा ये मेरे पास ही आएगा, जहाँ मर्जी चला जा, खिंचवानी तो मेरे साथ ही पड़ेगी। तो खूब मस्ती करते हैं हम मिलके। अपनी बहन के साथ भी मस्ती खूब करता है ये। अभी उसकी बहुत इच्छा थी कि मम्मा इसकी मैं रैप में आऊँ, मेरा भी मन था, लेकिन अभी एकदम उसके एग्ज़ाम आ गए तो उसको जाना पड़ गया। तब अब भी बार उसके आ रहे हैं मुझे मैसेज, मम्मा हुई काव्य की रैपिंग की कोई फाइनल हुआ, फाइनल किस दिन है? मैंने कहा नहीं बेटा अब भी नहीं हुआ।
तो मतलब इसके अभी मेरे भगवान से बस यही इच्छा है कि हे भगवान, जब आपने यहाँ तक इसे पहुँचा दिया है तो प्लीज़ आपसे बार बार रिक्वेस्ट है। बाकी आपका बहुत बड़ा भक्त भी है, हनुमान जी के बहुत ज़्यादा करता है। हनुमान जी का तो बस छोटे टाइम से ही, जिस टाइम छोटा था अपने बाबा जी के साथ, एकदम छोटा था, इसकी सिस्टर जैसे हनुमान चालीसा पढ़ती थी ना, बस इसको उसी टाइम अभी बोलना भी प्रॉपर नहीं आता था, उस टाइम से हनुमान चालीसा इसको आ गया था। यानी कि पढ़ा है, थोड़ा भगवान की तरफ इसका काफ़ी इंटरेस्ट है। तो फिर मेरी भगवान से ये इच्छा है कि ये जीते शो को। बाकी शो वालों को भी बहुत बहुत धन्यवाद जिन्होंने इसको इतना अच्छा प्लेटफॉर्म दिया, क्योंकि एक बार ये इतना ज़्यादा उदास हो गया, मैं 2 दिन मेरा खाना खाने का भी मन नहीं किया, और इसका भी थोड़ा मूड बच्चे का अपसेट हो जाता है कि हम भी इसे इतनी दूर नहीं भेज सकते थे, लेकिन ये नज़दीक है, नज़दीक होने के कारण हमें भी चलो खुशी है। और ये शो सब जानते हैं, इस शो के बारे में। मैं छोटी तो मैंने भी इस शो के बारे में काफ़ी सुना है, बहुत अच्छा शो है। अगर मेरा बेटा जीतेगा तो मुझे बहुत खुशी है, मैं भगवान का बहुत बहुत शुक्रिया करूँगी। और थैंक यू KKHD। अब मेरे बेटे ने KKHD के चारों राउंड क्लियर कर लिया, अब ये फाइनल में पहुँच गया है। अब मेरे भगवान से बस यही इच्छा है कि हे भगवान, ये फाइनल राउंड जीते और अपना, अपने परिवार का, अपने गांव का, अपने स्कूल का, सबका नाम रोशन करे। राम राम जी, मेरा नाम परीक्षा शर्मा है। मैं काव्या की छोटी मम्मा हूँ, ताई जी हूँ। वैसे वो प्यार से मेरे को छोटी मम्मा बोलता है, और बचपन से ही मेरे पास रहा है। बचपन से ही वो मेरे साथ ही खेला है, मेरे पास ही रहा है ज़्यादातर। और पढ़ने लिखने में भी बहुत इंटेलिजेंट है, घर के कामों में भी पूरी हेल्प करवाता है, और मेरे साथ तो वो पूरा घुला मिला हुआ है। मुझे अपने दिल की हर बात मेरे साथ शेयर करता है। पढ़ने में भी बहुत अच्छा है, और स्कूल में भी टॉप करता है, हर एक क्लास में टॉप करता है। और अपने भाई बहनों के साथ, सबके साथ मस्ती करता है, फुल मस्ती करता है। मेरा बेटा है धीरज, उसके साथ भी उसकी खूब पढ़ती है। दोनों हर संडे मैच खेलने जाते हैं, क्रिकेट टीम है उनकी, तो मैच खेलने भी जाते हैं और फुल मस्ती करके आते हैं। घर में डांट भी खाते हैं इसी वजह से, बहुत देर लगा के आते हैं। इसके छोटे छोटे भतीजे हैं, भतीजियाँ हैं, ये उनके साथ भी बहुत मस्ती करता है और उनको पढ़ाता भी है। उनको भी अपने साथ रैपिंग करवाता है, और इसका सिंगिंग में बहुत अच्छा चल रहा था। और कब इसकी सिंगिंग रैपिंग में बदल गई, जब एक घर में अकेला होता है ना, तो इसके कमरे से एक ही आवाज़ें आती है, ढां ढां ढैं ढैं। बस मैं तो बोलती हूँ जब ये घर में अकेला होता ना, तो इसके कमरे से हमेशा बस रैपिंग ही आवाज़ें आती है, ये वो ये है। मैं तो बोलती हूँ काव्या प्लीज कम, औरों को नहीं, औरों को कुछ भी समझ नहीं आता, ये तू अपने तक ही सीमित रखा कर। नहीं छोटी मम्मा, मैं एक दिन रैपिंग में बहुत बड़ा सिंगर बनूंगा, मैं बहुत अच्छा रैप करूंगा और आप सबका नाम ऊंचा करूंगा। इसका बिहेवियर बिल्कुल नॉर्मल है, ये बहुत प्यार से सबके साथ रहता है, और अपने भाई बहनों के साथ, अपने भतीजों के साथ, सबके साथ बहुत प्यार से रहता है। घर के कामों में भी सबकी पूरी हेल्प करता है, सबके साथ घुल मिल के ही रहता है। घूमने की जिद ये ज्यादा नहीं करता बेचारा, स्कूल से आके बस थोड़ी देर मस्ती करनी, इतने अपने दोस्तों के साथ ही जाता रहता है। घूमने जाता है पर बहुत कम जाता है। खाने पीने का भी नहीं, कोई ऐसी जिद नहीं है, खाने पीने की कोई ज्यादा जिद नहीं करता। ये जो मिला है वो खा लेता है। वो तो बार बार इसको कहना पड़ता है, बेटा ये खा ले, बेटा ये कर ले, बेटा वो कर ले, पर इसकी कोई भी ऐसी नहीं है। मतलब जैसे दूसरे बच्चे जिद करते हैं, ये बिल्कुल भी जिद नहीं करता। अब इसने किसमें कितना है दम में भाग लिया है, और इसके 4 राउंड इसने बहुत अच्छे से क्लियर करके फाइनल में पहुंच गया है। और मैं भोलेनाथ से प्रार्थना करती हूँ कि इसका फाइनल भी बहुत अच्छा जाए, और ये जीत के हम सबका नाम रोशन करे, अपने मम्मी पापा का, हमारा और अपने गाँव का नाम रोशन करे। धन्यवाद। नमस्कार, मेरा नाम राजन है। काव्य मेरा कज़न ब्रदर है। बचपन से ही हम साथ में खेल रहे हैं, हमारे साथ खेला है ये।
बचपन से ही क्रिकेट वगैरह बैडमिंटन सब खेलते रहते हैं। शुरू से ही काव्य बड़ा एक्टिव रहा है स्पोर्ट्स में और बोलने चालने में। बचपन से ही हमारे साथ खेलता है, अब भी खेलता रहता है। क्रिकेट वगैरह हम साथ में खेलते हैं। और इसके सिंगिंग के बारे में हमें सोशल मीडिया से पता चलता रहता है। जब भी कोई इंस्टाग्राम वगैरह पे पोस्ट डालता है, इससे हमें इसकी रैपिंग वगैरह का पता चला है। तो रिसेंटली काव्य ने AKHD में पार्टिसिपेट करके 4 राउंड क्लियर करके फाइनल में पहुंचा है और हमें बहुत खुशी है। हमारा ब्रदर इतना आगे तक जा रहा है, तो हम ये चाहते हैं कि AKHD शो जीत के हमारे गाँव का, हमारे परिवार का नाम रोशन करे। धन्यवाद। ਨਮਸਤੇ ਜੀ, ਮੇਰਾ ਨਾਮ ਸ਼ਵੇਤਾ ਹੈ। ਕਾਵਯ ਮੇਰਾ ਛੋਟਾ ਦੇਵਰ ਹੈ। ਇਸਨੂੰ ਕਾਵਯ ਨੂੰ ਬਚਪਨ ਤੋਂ ਹੀ ਸਿੰਗਿੰਗ ਦਾ ਸ਼ੌਂਕ ਥਾ। ਜਦੋਂ ਸਾਡੀ ਸ਼ਾਦੀ ਹੋਈ ਸੀ, ਇਹ ਕਾਵਯ ਬਹੁਤ ਜ਼ਿਆਦਾ ਛੋਟਾ ਸੀਗਾ, ਤਾਂ ਇਸ ਨੂੰ ਮਤਲਬ ਹੈ ਕਿ ਅੱਛੀ ਦਾ ਇਹਨੂੰ ਭਾਬੀ ਵਰਡ ਵੀ ਬੋਲਣਾ ਨਹੀਂ ਆਉਂਦਾ ਸੀਗਾ। ਔਰ ਇਹ ਪੜ੍ਹਨ ਨੂੰ ਵੀ ਬਹੁਤ ਜ਼ਿਆਦਾ ਹੁਸ਼ਿਆਰ ਹੈ ਤੇ ਬਹੁਤ ਅੱਛਾ ਬੱਚਾ ਹੈ, ਬਹੁਤ ਸੈਂਸਿਟਿਵ ਹੈ ਔਰ ਬੜੇ ਪਿਆਰ ਨਾਲ ਬੋਲਦਾ ਔਰ ਬੱਚਿਆਂ ਦੀ ਪੜ੍ਹਾਈ ਵਿੱਚ ਵੀ ਬਹੁਤ ਹੈਲਪ ਕਰਦਾ ਹੈ। ਕਿਉਂਕਿ ਮੇਰੀ ਗੁੜੀਆ ਸਕੂਲ ਜਾਂਦੀ ਹੈ, ਜਦੋਂ ਵੀ ਮਤਲਬ ਇਹ ਕੋਈ ਵੀ ਪ੍ਰੋਜੈਕਟ ਦਿੰਦੇ ਆ ਟੀਚਰਸ ਇਸ ਨੂੰ, ਤਾਂ ਇਹ ਬੜੀ ਕਾਫੀ ਹੈਲਪ ਕਰਦਾ ਹੈ। ਕਿਉਂਕਿ ਮੈਂ ਇਸ ਤੋਂ ਹੀ ਪੁੱਛਦੀ ਹਾਂ ਕਿ ਕਾਵਯ ਮੈਨੂੰ ਦੱਸੋ ਇਸ ਬਾਰੇ ਵੀ ਕਿਆ ਕਰਨਾ ਹੈ ਕਿਆ ਨਹੀਂ ਕਰਨਾ ਹੈ, ਤਾਂ ਇਹੀ ਹੈਲਪ ਕਰਦਾ ਹੈ। ਹੁਣ ਇਹ ਜੋ ਕਾਵਯ ਨੇ ਮਤਲਬ ਇੱਕ ਸੈਮੀ फाइनल जीत के फाइनल ਦੇ ਵਿੱਚ ਚਲਾ ਗਿਆ है। ਸਾਨੂੰ ਹਾਂਜੀ जो काव्य है कि इसमें कितना है दम है, उसने 4 राउंड सेमी फाइनल में चला गया है। तो मैं चाहती हूँ कि जो काव्य है वो मतलब ही फाइनल जीत के हमारा और सबका नाम रोशन करे, फैमिली का नाम रोशन करे और मुझे उम्मीद है कि फाइनल जरूर जीत के घर वापस आएंगे। ऑल द बेस्ट काव्य और धन्यवाद। ਨਮਸਕਾਰ ਜੀ, ਮੇਰਾ ਨਾਮ ਪੂਜਾ ਹੈ। ਮੈਂ ਕਾਵਿਆ ਦੀ ਛੋਟੀ ਭਾਬੀ ਹਾਂ। ਕਾਵਿਆ ਸ਼ੁਰੂ ਤੋਂ ਹੀ ਬਹੁਤ ਅੱਛਾ ਬੱਚਾ ਹੈ। ਹਰ ਇੱਕ ਕੰਮ ਦੇ ਵਿੱਚ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ। ਸਟੱਡੀ ਦੇ ਵਿੱਚ ਲਾ ਲਓ, ਗੇਮਸ ਦੇ ਵਿੱਚ ਲਾ ਲਓ ਤੁਸੀਂ। ਇਹਨੂੰ ਸ਼ੁਰੂ ਤੋਂ ਹੀ ਸਿੰਗਿੰਗ ਦਾ ਬਹੁਤ ਸ਼ੌਂਕ ਰਿਹਾ ਅਤੇ ਸਿੰਗਿੰਗ ਤੋਂ ਬਾਅਦ ਕਦੋਂ ਇਹ ਰੈਪਿੰਗ ਦੇ ਉਹਦੇ ਵਿੱਚ ਪਿਆ, ਰੈਪਿੰਗ ਕਰਨ ਲੱਗ ਪਿਆ ਇਹ। ਮੈਨੂੰ ਇਹ ਉੱਧਰ ਸਾਡੇ ਆਉਂਦਾ ਹੁੰਦਾ ਸੀ ਅਤੇ ਮੈਨੂੰ ਸੁਣਾਉਂਦਾ ਸੀ ਇਹ ਆ ਕੇ। ਅਤੇ ਨਾਲ ਇਹ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਹੈ। ਸ਼ੁਰੂ ਤੋਂ ਹੀ ਗੇਮ ਦੇ ਵਿੱਚ ਇਹ ਬਹੁਤ ਜ਼ਿਆਦਾ ਅੱਛਾ ਹੈਗਾ। ਇਹ ਮੇਰੇ ਦਿਓਰ ਨੇ ਕਿਸਮੇ ਕਿਤਨਾ ਹੈ ਦਮ ਦੇ 4 ਰਾਊਂਡ ਕਲੀਅਰ ਕਰ ਚੁੱਕਾ ਹੈ ਉਹ। ਹੁਣ ਰੱਬ ਤੋਂ ਮੈਂ ਇਹੀ ਦੁਆ ਕਰਦੀ ਹਾਂ ਕਿ ਇਹਦੇ ਫਾਈਨਲ ਦੇ ਵਿੱਚ ਇਹ ਪੁੱਜਿਆ, ਉਹ ਵੀ ਇਹ ਜਿੱਤ ਕੇ ਆਵੇ, ਸਾਡਾ ਤੇ ਪਰਿਵਾਰ ਦਾ ਸਾਰਿਆਂ ਦਾ ਨਾਂ ਰੋਸ਼ਨ ਕਰੇ। ਕਾਵਿਆ ਆਲ ਦਾ ਬੈਸਟ ਤੇ ਧੰਨਵਾਦ। ਨਮਸਕਾਰ ਜੀ, ਜੈ ਸ਼੍ਰੀ ਰਾਮ। ਮੇਰਾ ਨਾਮ ਬਨਵਾਰੀ ਲਾਲ ਸ਼ਰਮਾ ਹੈ। ਮੇਰੇ ਨਾਲ ਮੇਰਾ ਭਤੀਜਾ ਕਾਵਯ ਸ਼ਰਮਾ ਮੇਰੇ ਨਾਲ ਖੇਤਾਂ 'ਚ ਕੰਮ ਕਰਾਉਂਦਾ ਰਹਿੰਦਾ ਜੀ। ਆਪਾਂ ਖੇਤੀਬਾੜੀ ਦਾ ਕੰਮ ਕਰਦੇ ਆ। ਮੇਰੇ ਨਾਲ ਉਹ ਖੇਤਾਂ 'ਚ ਜਾਂਦੇ ਪੰਜਾਬੀ ਪਾਣੀ ਲਾਉਂਦੇ ਆ। ਜਦੋਂ ਪਾਣੀ ਲਾਉਂਦਾ ਮੇਰੇ ਨਾਲ ਨੱਕਾ ਵੱਢਦਾ ਤੇ ਕਹੀ ਲੈ ਕੇ ਮੇਰੇ ਨਾਲ ਘੁੰਮਦਾ ਰਹਿੰਦਾ ਖੇਤਾਂ 'ਚ। ਤਾਊ ਉਰੇ ਪਾਣੀ ਲੱਗ ਗਿਆ, ਔਰ ਇੱਧਰ ਟੁੱਟ ਗਿਆ, ਇੱਧਰ ਆ ਗਿਆ, ਮੇਰੇ ਨਾਲ ਘੁੰਮਦਾ ਰਹਿੰਦਾ ਏ। ਤੇ ਮੇਰੇ ਨਾਲ ਮੈਂ ਖੇਤਾਂ 'ਚ ਨਾਲ ਮੈਸਾਂ ਰੱਖੀਆਂ ਹੋਈਆਂ, ਮੈਸਾਂ ਦੇ ਨਾਲ ਗੋਹਾ ਪਾਣੀ ਦਾ ਕੰਮ ਕਰਾਉਂਦਾ ਰਹਿੰਦਾ, ਖੇਤਾਂ 'ਚ ਘੁੰਮਦਾ ਤੇ ਮੇਰੇ ਨਾਲ ਹਰਾ ਕਟਾਉਂਦਾ, ਘਾਹ ਪਾਉਂਦਾ, ਤੂੜੀ ਲੈਂਦਾ। ਮੈਂ ਕਿਤਨਾ ਦਮ ਆ ਪਾਰਟੀਸਪੇਟ ਕੀਤਾ। ਮੈਨੂੰ ਦੱਸਿਆ ਤਾਊ, ਮੈਂ ਪਹਿਲਾਂ 2 ਵਾਰ ਨਾਲਾਗੜ੍ਹ ਸਕੂਲ 'ਚ ਕਹਿੰਦਾ ਆਏ ਸੀ, ਹੁਣ 2 ਵਾਰ ਮੈਂ ਉੱਥੇ ਚੰਡੀਗੜ੍ਹ ਜਾ ਕੇ ਆਇਆ। ਚੰਡੀਗੜ੍ਹ ਦੇ ਹੁਣ ਮੈਂ ਕਹਿੰਦਾ ਫਾਈਨਲ ਪੁੱਜ ਗਿਆ। ਫਾਈਨਲ ਪੁੱਜਣ ਦੇ ਬਾਅਦ ਹੁਣ ਦੇਖਦੇ ਕਹਿੰਦਾ ਤੁਹਾਡੀ ਕਿਰਪਾ ਨਾਲ ਜੇ ਮੈਂ ਫਾਈਨਲ ਜਿੱਤਦਾ ਤਾਂ ਤੁਹਾਨੂੰ ਮੈਂ ਘੁਮਾ ਕੇ ਲਿਆਉਂਗਾ, ਚੰਡੀਗੜ੍ਹ ਘੁਮਾਉਂਗਾ। ਤੇ ਬਾਕੀ ਰੱਬ ਕਰੇ ਇਹਨੂੰ ਫਾਈਨਲ ਜਿੱਤ ਜਾਵੇ ਤੇ ਅਸੀਂ ਵੀ ਘੁੰਮੇ ਆਉਂਗੇ ਇਹਦੇ ਨਾਲ। ਬਾਹਰ ਸਿਰ ਚੰਡੀਗੜ੍ਹ ਘੁੰਮ ਲਵਾਂਗੇ ਤੇ ਕਿਤੇ ਵੀ ਘੁੰਮਾਂਗੇ। ਨੈਣਾ ਦੇਵੀ ਪਹਿਲਾਂ ਜਾਊਂਗੇ, ਉਹਦੇ ਬਾਅਦ ਨੈਣਾ ਦੇਵੀ ਦੇ ਬਾਅਦ ਅਨੰਦਪੁਰ ਸਾਹਿਬ ਮੱਥਾ ਟੇਕ ਕੇ, ਉਹਦੇ ਬਾਅਦ ਅਜੂਬਾ ਵਗੈਰਾ ਘੁਮਾ ਕੇ ਇਹਨੂੰ ਫਿਰ ਘਰਾਂ ਲਿਆਉਂਗੇ। ਬਾਕੀ ਜੈ ਸ਼੍ਰੀ ਰਾਮ, ਜੈ ਰਾਧੇ ਰਾਮ। ਜਦੋਂ ਸਾਡੇ ਸਕੂਲ 'ਚ ਛੁੱਟੀਆਂ ਹੁੰਦੀਆਂ ਤਾਂ ਅਸੀਂ ਮਤਲਬ ਯਾਰ ਮਿੱਤਰ ਦੋਸਤ ਸਾਰੇ ਅਸੀਂ ਇਕੱਠੇ ਹੋ ਕੇ ਪਲਾਨ ਕਰਦੇ ਆ ਕਿ ਕਿਤੇ ਘੁੰਮਣ ਜਾਈਏ। ਹੁਣੀ ਲੇਟੈਸਟ ਅਸੀਂ ਅੰਮ੍ਰਿਤਸਰ ਜਾ ਕੇ ਆਏ ਤੇ ਉੱਥੇ ਅਸੀਂ ਕਾਫੀ ਇੰਜੋਏ ਕੀਤਾ ਤੇ ਉੱਥੇ ਮਤਲਬ ਅਸੀਂ 2-3 ਦਿਨ ਰਹਿ ਕੇ ਆਏ ਪੂਰਾ ਦੋਸਤਾਂ ਨਾਲ। ਮਤਲਬ ਸਾਲ 'ਚ ਇੱਕ ਗੇੜਾ ਸਾਡਾ ਨੈਣਾ ਦੇਵੀ ਦਾ ਤੇ ਪੱਕਾ ਹੀ ਹੈ। ਉੱਥੇ ਜਾ ਕੇ ਨੈਣਾ ਦੇਵੀ ਜਾ ਕੇ ਪੂਰਾ ਮਤਲਬ ਦਿਲ ਖੁਸ਼ ਹੋ ਜਾਂਦਾ ਹੈ। ਜਿੱਦਾਂ ਪੀਪਲ ਦੇ ਜੋ ਪੱਤੇ ਉਹਨਾਂ ਨੂੰ ਦੇਖ ਕੇ ਹੀ ਮਤਲਬ ਅੰਦਰ ਤੇ ਸਕੂਨ ਮਿਲਦਾ ਹੈ। ਪੀਪਲ ਥੱਲੇ ਜਦ ਅਸੀਂ ਬੈਠਦੇ ਆ ਤਾਂ ਮਤਲਬ ਅੰਦਰ ਤੇ ਲੱਗਦਾ ਹੈ ਕਿ ਹਾਂ ਉਰੇ ਸ਼ਕਤੀ ਮਹਿਸੂਸ ਹੁੰਦੀ ਹੈ ਕਿ ਹਾਂ ਅਸੀਂ ਸਕੂਨ ਮਿਲਦਾ ਹੈ ਅੰਦਰ ਤੇ ਆਤਮਾ ਨੂੰ। ਅਸੀਂ ਜਿੱਦਾਂ ਮਾਤਾ ਦੀ ਜੋ ਪਿੰਡੀ ਹੈ ਉਹਨੂੰ ਦੇਖ ਕੇ ਮਤਲਬ ਰੂਹ ਖੁਸ਼ ਹੋ ਜਾਂਦੀ ਹੈ। ਇੱਦਾਂ ਲੱਗਦਾ ਹੈ ਕਿ ਅਸੀਂ ਧਰਤੀ ਨਾਲ ਜੁੜੇ ਰਹੀਏ। ਕਦੀ ਮਤਲਬ ਜੇ ਕੁਛ ਸਕਸੈਸਫੁਲ ਹੋ ਵੀ ਜਾਈਏ ਤਾਂ ਵੀ ਮਤਲਬ ਆਪਣੀ ਜੜ੍ਹਾਂ ਨੂੰ ਨਾ ਭੁੱਲੀਏ। ਸਵੇਰੇ ਛੇਤੀ ਉੱਠਦਾ ਤੇ ਫਿਰ ਮੈਂ ਆਪਣੇ ਦੋਸਤਾਂ ਨੂੰ ਫੋਨ ਕਰਦਾ ਤੇ ਅਸੀਂ ਫਿਰ ਸਵੇਰੇ ਸਾਜਰੇ 5 ਕਿਲੋਮੀਟਰ ਦੀ ਰੇਸ ਤੇ ਨਿਕਲ ਜਾਂਦੇ ਆ। ਤੇ ਫਿਰ ਅਸੀਂ ਆ ਕੇ ਥੋੜੀ ਪ੍ਰੈਕਟਿਸ ਐਕਸਰਸਾਈਜ਼ ਵਗੈਰਾ ਕਰਦੇ ਆ, ਫਿਰ ਥੋੜੀ ਬੋਲਿੰਗ ਵਗੈਰਾ ਦੀ ਪ੍ਰੈਕਟਿਸ ਕਰਦੇ ਆ ਤੇ ਉਸ ਤੋਂ ਬਾਅਦ ਮੈਂ ਵਾਪਸ ਘਰ ਆ ਕੇ ਨਹਾ ਕੇ ਆਪਣਾ ਪੂਰਾ ਮੰਦਿਰ ਜਾ ਕੇ जय अम्बे गौरी मैया जय श्यामा गौरी तुमको निश्चित ध्यावत हरिदम हाशिवरी। जय अम्बे गौरी मांग सिंदूर विराज तटी को मृगमद को मैया टेको मृगमद को उज्जवल से 2 नैना निर्मल से 2 नैना चंद्र वदन को। ओम जय अम्बे।
ਫਿਰ ਸਕੂਲ ਵੱਲ ਨੂੰ ਨਿਕਲ ਜਾਂਦਾ ਤੇ ਉੱਥੇ ਮਤਲਬ ਮੰਮੀ ਮੈਨੂੰ ਜਿੱਦਾਂ ਬ੍ਰੇਕਫਾਸਟ ਬਣਾ ਕੇ ਦਿੰਦੇ ਨੇ, ਫਿਰ ਬ੍ਰੇਕਫਾਸਟ ਕਰਕੇ ਫਿਰ ਮੈਂ ਸਕੂਲ ਨੂੰ ਨਿਕਲ ਜਾਂਦਾ ਕਿ ਸਾਡੀ ਪ੍ਰੇਅਰ ਹੁੰਦੀ ਹੈ, ਪ੍ਰੇਅਰ 'ਚ ਰਾਸ਼ਟਰਗਾਨ ਹੁੰਦਾ ਹੈ ਤੇ ਹੋਰ ਵੀ ਮਤਲਬ ਪ੍ਰੇਅਰਸ ਵਗੈਰਾ ਹੁੰਦੀਆਂ ਹੈ। ਤੇ ਫਿਰ ਉਸ ਤੋਂ ਬਾਅਦ ਸਾਡੀ ਕਲਾਸਿਸ ਹੁੰਦੀ ਹੈ, ਕਲਾਸਿਸ 'ਚ ਪਹਿਲੀ ਕਲਾਸ ਕੈਮਿਸਟਰੀ ਦੀ, ਦੂਈ ਵੋਕੇਸ਼ਨਲ, ਤੀ ਮੈਥ ਦੀ। ਫਿਰ ਉਸ ਤੋਂ ਬਾਅਦ ਰਿਸੈਸ ਪੀਰੀਅਡ ਆਉਂਦਾ ਹੈ। ਰਿਸੈਸ 'ਚ ਅਸੀਂ 5-7 ਦੋਸਤ ਇਕੱਠੇ ਹੋ ਕੇ ਅਸੀਂ ਫਿਰ ਕੁਝ ਖੇਲ ਲੈਂਦੇ ਆ, ਕਦੇ ਅਸੀਂ ਆਸੇ-ਪਾਸੇ ਘੁੰਮ ਲੈਂਦੇ ਆ। ਤੇ ਫਿਰ ਉਸ ਤੋਂ ਬਾਅਦ ਫਿਜ਼ਿਕਸ ਦਾ ਪੀਰੀਅਡ ਲੱਗਦਾ ਹੈ ਤੇ ਫਿਰ ਇੰਗਲਿਸ਼ ਦਾ ਪੀਰੀਅਡ ਲਾ ਕੇ ਫਿਰ ਛੁੱਟੀ ਦੇ ਟਾਈਮ ਅਸੀਂ ਸਾਰੇ ਇਕੱਠੇ ਨਿਕਲਦੇ ਆ ਬਾਹਰ ਤੇ ਵਾਪਸ ਘਰਾਂ ਨੂੰ ਆਉਂਦੇ ਆ। ਤੇ ਘਰਾਂ ਆ ਕੇ ਮੈਂ ਰੋਟੀ, ਜਿੱਦਾਂ ਮੰਮੀ ਰੋਟੀ ਦਿੰਦੀ ਆ ਤੇ ਫਿਰ ਅਸੀਂ ਰੋਟੀ ਖਾਂਦੇ ਆ। ਤੇ ਫਿਰ ਉਸ ਤੋਂ ਬਾਅਦ ਮੈਂ ਨਿਕਲ ਜਾਂਦਾ ਥੋੜੀ ਦੇਰ ਆਪਣਾ ਮਾਈਂਡ ਫਰੈਸ਼ ਕਰਨ ਲਈ ਖੇਲਣ। ਤੇ ਫਿਰ ਉੱਥੇ ਅਸੀਂ ਕ੍ਰਿਕਟ ਦੇ ਮੈਚ ਲਗਾਉਂਦੇ ਆ, ਥੋੜੀ ਜਿਹੀ ਪ੍ਰੈਕਟਿਸ ਕਰਦੇ ਆ। ਤੇ ਫਿਰ ਮੇਰੇ ਦੋਸਤ ਹੋਰ ਵੀ ਆ ਜਾਂਦੇ ਨੇ ਜਿਹੜੇ ਰੈਪ ਕਰਦੇ। ਫਿਰ ਅਸੀਂ ਫਿਰ ਇਕੱਠੇ ਹੋ ਕੇ ਅਸੀਂ ਇੱਕ ਦੂਏ ਨੂੰ ਆਪਣਾ ਜੋ ਅਸੀਂ ਮਤਲਬ ਡੇਲੀ ਰੂਟੀਨ 'ਚ ਲਿਖਦੇ ਆ, ਜੋ ਪ੍ਰੈਕਟਿਸ ਕਰਦੇ ਆ, ਜੋ ਸਾਡੇ 'ਚ ਇੰਪਰੂਵਮੈਂਟ ਆਈ ਹੈ, ਉਹ ਅਸੀਂ ਇੱਕ ਦੂਸਰੇ ਨੂੰ ਦੱਸਦੇ ਆ। ਤੇ ਇਹ ਗੱਲਾਂ ਸੁਣ ਕੇ ਐਸਾ ਲੱਗਦਾ ਕਿ ਹਾਂ ਕੁਛ ਮੈਂ ਉਸ ਤੋਂ ਸਿੱਖਾ, ਕੁਛ ਉਹ ਮੇਰੇ ਤੋਂ ਸਿੱਖੇ ਤੇ ਫਿਰ ਐਦਾਂ ਇੰਪਰੂਵਮੈਂਟ ਆਏਗੀ। ਤੇ ਫਿਰ ਉਸ ਤੋਂ ਬਾਅਦ ਮੈਂ ਵਾਪਸ ਘਰ ਆ ਕੇ ਥੋੜੀ ਦੇਰ ਆਪਣਾ ਜੋ ਸਕੂਲ ਦਾ ਕੰਮ ਹੈ ਉਹ ਕਰਕੇ, ਉਸ ਤੋਂ ਬਾਅਦ ਮੈਂ ਫਿਰ ਰੈਪਿੰਗ ਦੀ ਪ੍ਰੈਕਟਿਸ ਕਰਦਾ, ਆਪਣੀ ਬੀਟ ਵਗੈਰਾ ਬਣਾਉਂਦਾ ਤੇ ਉਸ ਤੋਂ ਬਾਅਦ ਆਪਣਾ ਲਿਖਦਾ, ਫਿਰ ਰੋਟੀ ਖਾ ਕੇ ਸੋ ਜਾਂਦਾ। ਸਾਡੀ ਨਾਲਾਗੜ੍ਹ ਦੇ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਹੈ, ਨਾਲਾਗੜ੍ਹ ਆਫਸੈਟ ਪ੍ਰਿੰਟਰਸ ਨਾਮ ਤੇ। ਉੱਥੇ ਮੈਂ ਮਤਲਬ ਪਾਪਾ ਨਾਲ ਜਾਂਦਾ ਕਦੀ ਤੇ ਉੱਥੇ ਪਾਪਾ ਦੀ ਹੈਲਪ ਕਰਾਂਦਾ। ਉੱਥੇ ਕਦੀ ਵਿੱਚ 'ਚ ਕੰਪਿਊਟਰ ਵਗੈਰਾ ਤੇ ਬੈਠਦਾ, ਕਦੀ ਪ੍ਰਿੰਟਿੰਗ ਵਗੈਰਾ 'ਚ ਮਦਦ ਕਰਾਂਦਾ, ਪੇਪਰ ਉਠਾਉਣਾ ਰੱਖਣਾ, ਕੁਛ ਐਸਾ ਵੈਸਾ ਹੋਰ ਕਈ ਕੰਮ ਹੁੰਦੇ ਆ ਉਹ ਕਰਾ ਦਿੰਦਾ ਪਾਪਾ ਨਾਲ। ਤੇ ਘਰਾਂ ਵੀ ਮੰਮੀ ਦੀ ਮਦਦ ਕਰਾ ਦਿੰਦਾ, ਜਿੱਦਾਂ ਕਿ ਮੰਮੀ ਕੱਪੜੇ ਧੋ ਰਹੇ ਹੁੰਦੇ ਤਾਂ ਉਹ ਸੁੱਕਣੇ ਪਾ ਦੇਣੇ ਜਾਂ ਥੋੜੀ ਬਹੁਤੀ ਸਾਫ਼ ਸਫਾਈ ਕਰ ਦੇਣੀ। ਫਿਰ ਇੱਕ ਦਿਨ KKHD ਦੇ ਟੀਮ ਮੈਂਬਰ ਸਾਡੇ ਸਕੂਲ 'ਚ ਆਏ, ਨਾਲੇ ਉਹਨਾਂ ਨੇ ਸਾਨੂੰ ਦੱਸਿਆ KKHD ਸ਼ੋਅ ਇੱਕ ਮਲਟੀ ਟੈਲੈਂਟਡ ਸ਼ੋਅ ਹੈ, ਇਸ ਵਿੱਚ ਕੋਈ ਵੀ ਬੱਚਾ ਪਾਰਟਿਸਿਪੇਟ ਕਰ ਸਕਦਾ ਹੈ ਤੇ ਆਪਣਾ ਟੈਲੈਂਟ ਟੀਵੀ ਤੇ ਸ਼ੋਅ ਕਰ ਸਕਦਾ ਹੈ। ਮੇਰਾ ਵੀ ਇੱਕ ਪਹਿਲਾਂ ਤੋਂ ਹੀ ਸੁਪਨਾ ਸੀ ਕਿ ਮੈਂ ਟੀਵੀ ਤੇ ਆਵਾਂ, ਆਪਣਾ ਟੈਲੈਂਟ ਦੁਨੀਆ ਮੂਹਰੇ ਰਿਪਰੈਜ਼ੈਂਟ ਕਰ ਸਕਾਂ। ਮੈਂ KKHD ਦਾ ਰੈਪਿੰਗ ਫਾਰਮ ਫਿਲ ਕਰਤਾ। ਫਰਸਟ ਸੈਕਿੰਡ ਰਾਊਂਡ ਜੋ ਹੈ ਉਹ ਨਾਲਾਗੜ੍ਹ ਦੇ ਵਿੱਚ ਹੋਇਆ, ਥਰਡ ਤੇ ਫੋਰਥ ਰਾਊਂਡ ਜੀਰਕਪੁਰ ਹੋਇਆ। ਏਦਾਂ ਕਰਕੇ ਮੈਂ 4 ਰਾਊਂਡ ਕਲੀਅਰ ਕੀਤੇ, ਮੈਂ ਫਾਈਨਲ ਵਿੱਚ ਪਹੁੰਚ ਗਿਆ। ਮੈਂ ਰੱਬ ਤੋਂ ਦੁਆ ਕਰਦਾ ਕਿ ਮੈਂ ਫਾਈਨਲ ਰਾਊਂਡ ਜਿੱਤ ਕੇ ਆਵਾਂ, ਆਪਣੇ ਸਕੂਲ ਦਾ, ਪਿੰਡ ਦਾ ਤੇ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਕਰਾਂ। ਅੱਜ ਮੇਰੇ ਮੰਮੀ ਪਾਪਾ ਔਰ ਫੈਮਿਲੀ ਦੇ ਕਾਰਨ ਮੈਂ ਫਾਈਨਲ ਵਿੱਚ ਪਹੁੰਚ ਤੇ ਮੈਂ ਫਾਈਨਲ ਜ਼ਰੂਰ ਜਿੱਤ ਕੇ ਦਿਖਾਵਾਂਗਾ। ਮੈਂ ਧੰਨਵਾਦ ਕਰਦਾ ਵਰੁਣ ਸਰ ਔਰ KKHD ਦੀ ਪੂਰੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਟੈਲੈਂਟ ਦਿਖਾਉਣ ਵਾਸਤੇ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ। ਥੈਂਕ ਯੂ KKHD।